ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੈਗੀ ਹਾਂ। ਤੇ ਇਸ ਵੀਡੀਓ ਵਿੱਚ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਸ਼੍ਰੇਣੀ ਦੀ ਚੋਣਵੀਂ ਪੰਜਾਬੀ ਦਾ ਜੋ ਸਿਲੇਬਸ ਹੈ ਉਸ ਦੇ ਵਿੱਚ ਇੱਕ ਪ੍ਰਸ਼ਨ ਹੈ ਸੂਫੀ ਕਾਵਿ ਧਾਰਾ, ਭਾਵ ਉਹਨਾਂ ਨੂੰ 4 ਕਾਵਿ ਧਾਰਾਵਾਂ ਹੈਗੀਆਂ ਨੇ। ਗੁਰਮਤਿ ਕਾਵਿ ਹੈ, ਕਿੱਸਾ ਕਾਵਿ ਹੈ, ਸੂਫੀ ਕਾਵਿ ਹੈ, ਵੀਰ ਕਾਵਿ ਹੈ। ਅੱਜ ਆਪਾਂ ਸੂਫੀ ਕਾਵਿ ਬਾਰੇ ਵਾਚਣਾ ਹੈਗਾ ਤੇ ਇਹ 10 ਨੰਬਰ ਦਾ ਪ੍ਰਸ਼ਨ ਹੈ। ਇਹ ਪ੍ਰਸ਼ਨ ਸਿਰਫ 12ਵੀਂ ਸ਼੍ਰੇਣੀ ਲਈ ਨਹੀਂ ਹੈਗਾ, ਸਗੋਂ ਇਹ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੀ ਹੈਗਾ, ਜਾਂ ਫਿਰ ਕੰਪੀਟੀਸ਼ਨ ਦਾ ਜੋ ਐਗਜ਼ਾਮ ਦੇਣਾ ਹੈ ਬੱਚਿਆਂ ਨੇ ਉਹਦੇ ਲਈ ਵੀ ਬਹੁਤ ਹੀ ਮਹੱਤਵਪੂਰਨ ਵੀਡੀਓ ਹੈਗੀ ਆ। ਤੇ ਜੇਕਰ ਆਪਾਂ ਗੱਲ ਕਰੀਏ ਵੀ ਸੂਫੀ ਕਾਵਿ, ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸੂਫੀ ਕਾਵਿ ਹੁੰਦਾ ਕੀ ਆ। ਤਾਂ ਸੂਫੀ ਮਤ ਹੈ ਜੋ ਇਸਲਾਮ ਦਾ ਇੱਕ ਰਹੱਸਵਾਦੀ ਰੂਪ ਹੈਗਾ ਤੇ ਇਹ ਮਤ ਇਸਲਾਮ ਦੀ ਕੱਟੜਤਾ ਦੇ ਪ੍ਰਤੀਕਰਮ ਵਜੋਂ ਪੈਦਾ ਹੋਇਆ। ਮਤਲਬ ਇਸਲਾਮ ਧਰਮ ਦੇ ਵਿੱਚ ਕੱਟੜਤਾ ਆ ਗਈ ਤਾਂ ਉਸ ਦੇ ਪ੍ਰਤੀਕਰਮ ਵਜੋਂ ਇਹ ਪੈਦਾ ਹੋਇਆ ਸੀਗਾ। ਤੇ ਇਸ ਦਾ ਕਾਰਨ ਇਹ ਸੀਗਾ ਕਿ ਉਸ ਸਮੇਂ ਇਸਲਾਮ ਧਰਮ ਇੰਨਾ ਕਰਮਕਾਂਡੀ ਹੋ ਗਿਆ ਸੀ ਕਿ ਇਸ ਦੀ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਆਮ ਵਿਅਕਤੀ ਦੇ ਲਈ ਮੁਸ਼ਕਲ ਹੋ ਗਈ ਸੀ। ਤੇ ਇਸ ਲਈ ਇਸਲਾਮ ਦੇ ਸੱਚੇ ਅਨੁਆਈਆਂ ਨੇ ਇਸ ਨਵੇਂ ਮਤ ਭਾਵ ਸੂਫੀ ਮਤ ਦੀ ਨੀਂਹ ਰੱਖੀ, ਜਿਸ ਵਿੱਚ ਮਰਿਆਦਾ ਦਾ ਪਾਲਣ ਕਰਨ ਦੇ ਨਾਲ ਨਾਲ ਧਰਮ ਦੀ ਸਹੀ ਆਤਮਾ ਦੀ ਪਛਾਣ ਉੱਪਰ ਜ਼ੋਰ ਦਿੱਤਾ ਗਿਆ। ਸੂਫੀ ਜਿਹੜੇ ਸਨ ਉਹ ਫੋਕੇ ਕਰਮਕਾਂਡ ਤੇ ਦਿਖਾਵੇ ਦੇ ਵਿਰੋਧੀ ਸੀਗੇ, ਪਰ ਕੁਰਾਨ ਜੋ ਕਿ ਇਸਲਾਮ ਦਾ ਬੁਨਿਆਦੀ ਗ੍ਰੰਥ ਹੈਗਾ ਦੀ ਸਿੱਖਿਆ ਅਨੁਸਾਰ ਹੀ ਚੱਲਦੇ ਸਨ। ਤੇ ਕੁਰਾਨ ਦਾ ਜਿਹੜਾ ਬੁਨਿਆਦੀ ਸਿਧਾਂਤ ਇੱਕ ਰੱਬ ਨੂੰ ਮੰਨਣਾ ਤੇ ਉਸ ਨੂੰ ਪ੍ਰੇਮ ਦੁਆਰਾ ਜਾਣਨਾ ਹੈ ਤੇ ਇਸ ਨੂੰ ਤੌਹੀਦ ਦਾ ਸਿਧਾਂਤ ਕਿਹਾ ਜਾਂਦਾ ਹੈਗਾ। ਸੂਫੀ ਵੀ ਇਸੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਰੱਬ ਦੀ ਪ੍ਰਾਪਤੀ ਲਈ ਸਰੀਰਕ ਸ਼ੁੱਧੀ ਦੇ ਨਾਲ ਨਾਲ ਮਾਨਸਿਕ ਤੇ ਆਤਮਿਕ ਸ਼ੁੱਧੀ ਉੱਤੇ ਹੀ ਜ਼ੋਰ ਦਿੰਦੇ ਸਨ। ਇਉਂ ਇਹ ਮਤ ਉਸ ਸਮੇਂ ਦੇ ਕੱਟੜ ਇਸਲਾਮ ਦੇ ਵਿਰੋਧ ਵਿੱਚ ਉਪਜਿਆ, ਪਰੰਤੂ ਸਿਧਾਂਤਕ ਰੂਪ ਦੇ ਵਿੱਚ ਇਹ ਇਸਲਾਮੀ ਰਹੱਸਵਾਦੀ ਹੀ ਇੱਕ ਸ਼ਾਖਾ ਦੇ ਰੂਪ ਵਿੱਚ ਵਿਗਸਿਆ ਅਤੇ ਇਸ ਨੇ ਆਪਣੇ ਬੁਨਿਆਦੀ ਅਸੂਲਾਂ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ, ਹੁਣ ਇਹ ਸਿਧਾਂਤ ਹੈਗੇ ਨੇ ਤੇ ਇਹਨਾਂ ਦੁਆਰਾ ਹੀ ਇੱਕ ਸੂਫੀ ਸਾਧਕ ਨੂੰ ਸੰਤੁਲਿਤ ਵਿਅਕਤੀ ਬਣਨ ਦੀ ਪ੍ਰੇਰਨਾ ਦਿੱਤੀ ਹੈਗੀ ਸੀ। ਹੁਣ ਆਪਾਂ ਜੇਕਰ ਇਸ ਦੇ ਆਰੰਭ ਦੀ ਗੱਲ ਕਰੀਏ ਤਾਂ ਇਸ ਦਾ ਆਰੰਭ 9ਵੀਂ ਸਦੀਵੀਂ ਈਸਵੀ ਦੇ ਵਿੱਚ ਹੋਇਆ ਸੀਗਾ ਤੇ ਇਸ ਦੇ ਆਰੰਭਕ ਕੇਂਦਰ ਈਰਾਨ ਵਿੱਚ ਬਗਦਾਦ ਤੇ ਕੂਫਾ ਵਿਖੇ ਸੀਗੇ। ਕਿਹੜੀ ਥਾਂ ਤੇ? ਬਗਦਾਦ ਅਤੇ ਕੂਫਾ ਇਸ ਦੇ ਆਰੰਭਕ ਕੇਂਦਰ ਸੀਗੇ। ਤੇ ਸੂਫੀ ਸ਼ਬਦ ਦਾ ਜੋ ਅਰਥ ਹੈ ਸੂਫ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਉੱਨ। ਆਰੰਭਕ ਸੂਫੀ ਆਪਣੇ ਆਪ ਨੂੰ ਕੱਟੜ ਮੁਸਲਮਾਨਾਂ ਨਾਲੋਂ ਵੱਖਰਾ ਦਿਖਾਉਣ ਵਾਸਤੇ ਚਿੱਟੀ ਜਾਂ ਕਾਲੀ ਉਹਨਾਂ ਦੇ ਕੱਪੜੇ ਪਹਿਨਦੇ ਸੀ, ਇਸ ਕਰਕੇ ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗ ਪਿਆ। ਤੇ ਪਿੱਛੋਂ ਨਾ ਕੇਵਲ ਉੱਨ ਸਗੋਂ ਕਾਲੇ ਰੰਗ ਦੇ ਕੱਪੜੇ ਹੀ ਇਹਨਾਂ ਦੀ ਪਛਾਣ ਬਣ ਗਈ। ਕੁਝ ਵਿਦਵਾਨਾਂ ਨੇ ਸੂਫੀ ਸ਼ਬਦ ਦੀ ਉਤਪਤੀ ਸਫਾ ਭਾਵ ਪਵਿੱਤਰਤਾ ਜਾਂ ਸਾਫ ਭਾਵ ਕਤਾਰ ਤੇ ਸੂਫੀ ਮਤ ਯੂਨਾਨੀ ਤੋਂ ਵੀ ਹੋਈ ਮੰਨੀ ਹੈਗੀ ਆ। ਤੇ ਸੂਫੀ ਮਤ ਕਿਉਂਕਿ ਇਸਲਾਮ ਦਾ ਹੀ ਇੱਕ ਨਵਾਂ ਰੂਪ ਸੀਗਾ, ਇਸ ਲਈ ਜਿੱਥੇ ਜਿੱਥੇ ਵੀ ਮੁਸਲਮਾਨ ਹਮਲਾਵਰਾਂ ਨਾਲ ਇਸਲਾਮ ਧਰਮ ਪਹੁੰਚਿਆ ਸੂਫੀ ਮਤ ਵੀ ਇਸ ਦੇ ਨਾਲ ਹੀ ਫੈਲਦਾ ਗਿਆ। ਤੇ ਹੁਣ ਆਪਾਂ ਗੱਲ ਕਰਨੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਸੂਫੀ ਮਤ ਦਾ ਜੋ ਆਰੰਭ ਹੈਗਾ, ਪ੍ਰਵੇਸ਼ ਹੈਗਾ, ਉਹ ਮੁਸਲਮਾਨ ਹਮਲਾਵਰਾਂ ਦੇ ਨਾਲ ਹੀ ਹੋਇਆ। 11ਵੀਂ ਸਦੀ ਦੇ ਵਿੱਚ ਮਹਿਮੂਦ ਗਜ਼ਨਵੀ ਦੇ ਪੁੱਤਰ ਮਸਊਦ ਦੀਆਂ ਫੌਜਾਂ ਦੇ ਨਾਲ ਆਇਆ ਇੱਕ ਸੂਫੀ ਲਾਹੌਰ ਪਹੁੰਚਿਆ, ਜਿਸ ਦਾ ਨਾਮ ਸ਼ੇਖ ਅਲੀ ਮਖਦੂਮ ਹੁਜ਼ਵੀਰੀ ਸੀਗਾ। ਤੇ ਪੰਜਾਬ ਵਿੱਚ ਇਸ ਨੂੰ ਦਾਤਾ ਗੰਜ ਬਖਸ਼ ਦੇ ਨਾਂ ਨਾਲ ਜਾਣ ਲੱਗਿਆ। ਇਸ ਸੂਫੀ ਦਰਵੇਸ਼ ਦਾ ਪੰਜਾਬ ਦੇ ਲੋਕ ਜੀਵਨ ਉੱਤੇ ਬੜਾ ਪ੍ਰਭਾਵ ਪਿਆ ਤੇ ਇਸ ਮਗਰੋਂ ਹੋਰ ਸੂਫੀ ਦਰਵੇਸ਼ਾਂ ਦੇ ਪੰਜਾਬ ਵਿੱਚ ਪ੍ਰਵੇਸ਼ ਕਰਨ ਕਾਰਨ ਸੂਫੀ ਮਤ ਇੱਕ ਤਰ੍ਹਾਂ ਪੰਜਾਬ ਦੇ ਜਨ ਜੀਵਨ ਦਾ ਅੰਗ ਬਣ ਗਿਆ ਸੀਗਾ। ਤੇ ਹੁਣ ਆਪਾਂ ਗੱਲ ਕਰਦੇ ਹੈਗੇ ਆ ਕਿ ਸੂਫੀ ਕਾਵਿਧਾਰਾ, ਹੁਣ ਆਪਾਂ ਕਵਿਤਾ ਦੀ ਗੱਲ ਕਰਦੇ ਹੈਗੇ ਆ ਕਿ ਸੂਫੀ ਕਾਵਿਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿਧਾਰਾ ਹੈਗੀ ਆ ਤੇ ਇਸ ਦਾ ਜਨਮ ਪੂਰਵ ਨਾਨਕ ਕਾਲ ਭਾਵ ਆਰੰਭ ਤੋਂ 1500 ਈਸਵੀ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਦੇ ਨਾਲ ਹੋਇਆ ਹੈ। ਗੁਰੂ ਕਾਲ ਵਿੱਚ 1502 ਤੋਂ 1700 ਈਸਵੀ ਤੱਕ ਇਹ
ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੀ ਰਚਨਾ ਨਾਲ ਵਿਕਸਿਤ ਹੋਏ। ਉਹਨੂੰ ਗੁਰੂ ਕਾਲ ਕਹਿੰਦੇ 1502 ਤੋਂ 1700 ਈਸਵੀ ਨੂੰ ਗੁਰੂ ਕਾਲ ਕਿਹਾ ਜਾਂਦਾ। ਠੀਕ ਹੈ। ਤੇ ਪਿਛਲੇ ਮੁਗਲ ਕਾਲ 1701 ਤੋਂ 1800 ਵਿੱਚ ਬੁੱਲੇ ਸ਼ਾਹ ਦੀ ਕਵਿਤਾ ਦੇ ਨਾਲ ਆਪਣੇ ਸਿਖਰ ਉੱਤੇ ਪੁੱਜੀ। ਸਿੱਖ ਰਾਜ ਕਾਲ ਦੇ ਵਿੱਚ 1800 ਤੋਂ ਲੈ ਕੇ 1850 ਈਸਵੀ ਵਿੱਚ ਇਸ ਦੇ ਪਤਨ ਦਾ ਆਰੰਭ ਹੋਇਆ ਅਤੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਗੁਲਾਮ ਫਰੀਦ ਦੀ ਕਵਿਤਾ ਦੇ ਨਾਲ ਇਸ ਦਾ ਅੰਤ ਹੋ ਗਿਆ। ਕਹਿਣ ਦਾ ਭਾਵ ਇਹਦਾ ਪੂਰਾ ਡਾਟਾ ਆਪਾਂ ਕਹਿ ਸਕਦੇ ਹੈਗੇ ਹਾਂ ਵੀ ਆਰੰਭ ਕਿੱਥੋਂ ਹੋਇਆ, ਸ਼ੇਖ ਫਰੀਦ ਜੀ ਰਚਨਾ ਦੇ ਨਾਲ ਹੋਇਆ। ਅਤੇ ਗੁਰੂ ਕਾਲ ਦੇ ਵਿੱਚ ਇਹ ਜੋ ਕਵੀ ਹੋਏ ਹੈਗੇ ਨੇ ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ। ਅਤੇ ਮੁਗਲ ਕਾਲ ਦੇ ਵਿੱਚ ਬੁੱਲੇ ਸ਼ਾਹ ਜੀ ਦੀ ਕਵਿਤਾ ਦੇ ਨਾਲ ਇਹ ਸਿਖਰ 'ਤੇ ਪਹੁੰਚਿਆ ਅਤੇ ਸਿੱਖ ਰਾਜ ਕਾਲ ਦੇ ਵਿੱਚ ਇਸ ਦਾ ਪਤਨ ਆਰੰਭ ਹੋਇਆ ਅਤੇ 19ਵੀਂ ਸਦੀ ਦੇ ਵਿੱਚ ਫਿਰ ਗੁਲਾਮ ਫਰੀਦ ਦੀ ਰਚਨਾ ਦੇ ਨਾਲ ਇਸ ਦਾ ਅੰਤ ਹੋਇਆ। ਮਤਲਬ ਅੰਤਮ ਕਵੀ ਗੁਲਾਮ ਫਰੀਦ ਮੰਨੇ ਜਾਂਦੇ ਹੈਗੇ ਨੇ। ਠੀਕ ਆ। ਤਾਂ ਹੁਣ ਆਪਾਂ ਦੇਖਣਾ ਹੈ ਵੀ ਇਸਦਾ ਇਤਿਹਾਸ ਅਤੇ ਪ੍ਰਮੁੱਖ ਕਵੀ, ਕਿਉਂਕਿ 10 ਨੰਬਰ ਦਾ ਪ੍ਰਸ਼ਨ ਹੈ ਬੇਟੇ, ਇਸ ਲਈ ਬਹੁਤ ਹੀ ਮਹੱਤਵਪੂਰਨ ਹੈਗਾ ਅਤੇ ਲੰਬਾ ਵੀ ਹੋਊਗਾ ਅਤੇ ਬੋਰੀਅਤ ਮਹਿਸੂਸ ਨਹੀਂ ਕਰਨੀ ਹੈਗੀ। ਸੂਫੀ ਕਾਵਿਧਾਰਾ ਦਾ ਪਿਤਾਮਾ ਸ਼ੇਖ ਫਰੀਦੁਦੀਨ ਮਸਊਦ ਸ਼ੱਕਰਗੰਜ ਸੀਗਾ ਅਤੇ ਇਹਨਾਂ ਦਾ ਜਨਮ ਆਪਾਂ ਪੜ੍ਹਿਆ ਹੋਇਆ ਕਿ 1173 ਤੋਂ 1206 ਈਸਵੀ ਦੇ ਵਿੱਚ ਹੋਇਆ ਸੀਗਾ ਤੱਕ ਰਹੇ ਹੈਗੇ ਨੇ, ਜੋ ਸ਼ੇਖ ਫਰੀਦ ਜੀ ਦੇ ਨਾਮ ਨਾਲ ਮਸ਼ਹੂਰ ਹੋਏ ਨੇ। ਅਤੇ ਉਹ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਅਨੁਆਈ ਸੀਗੇ ਅਤੇ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਸੀਗੇ। ਮੁਰੀਦ ਹੁੰਦਾ ਚੇਲਾ। ਆਪ ਨੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਪਹਿਲੀ ਵਾਰ ਸੂਫੀ ਭਾਵਾਂ ਨੂੰ ਲੋਕ ਭਾਸ਼ਾ ਦੇ ਵਿੱਚ ਪ੍ਰਗਟ ਕੀਤਾ। ਆਪ ਨੇ 112 ਸ਼ਲੋਕ ਅਤੇ 4 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੇ ਨੇ। ਇਸ ਰਚਨਾ ਤੋਂ ਬਿਨਾਂ ਆਪ ਦੇ 39 ਦੋਹੇ ਹੱਥ ਲਿਖਤਾਂ ਦੇ ਵਿੱਚ ਮਿਲਦੇ ਨੇ। ਫਰੀਦ ਜੀ ਦੀ ਰਚਨਾ ਦੀ ਭਾਸ਼ਾ ਲਹਿੰਦੀ ਜਾਂ ਮੁਲਤਾਨੀ ਹੈ। ਹੁਣ ਆਪਾਂ ਇਹ ਪਤਾ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਦੀ ਉਪਭਾਸ਼ਾ ਹੈਗੀਆਂ ਨੇ। ਠੀਕ ਹੈ। ਅਸਲ ਵਿੱਚ ਅਪਭ੍ਰੰਸ਼ਾਂ ਦੇ ਭਾਵਾਂ ਤੋਂ ਮੁਕਤ ਸ਼ੁੱਧ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਕਵੀ ਸ਼ੇਖ ਫਰੀਦ ਜੀ ਹੀ ਮੰਨਿਆ ਜਾਂਦਾ ਹੈਗਾ। ਫਰੀਦ ਜੀ ਦੀ ਰਚਨਾ ਵਿੱਚ ਉੱਚ ਦਰਜੇ ਦੀ ਕਵਿਤਾ ਵਾਲੇ ਸਾਰੇ ਗੁਣ ਸੀਗੇ। ਉਹਨਾਂ ਦੀ ਰਚਨਾ ਵੰਨ ਸੁਵੰਨੇ ਅਲੰਕਾਰਾਂ, ਕਾਵ ਚਮਤਕਾਰਾਂ, ਬਿੰਬਾਂ ਅਤੇ ਪੰਜਾਬੀ ਪੁਣੇ ਦੇ ਨਾਲ ਭਰਪੂਰ ਸੀਗੀ। ਆਪ ਜੀ ਦੀ ਰਚਨਾ ਦਾ ਉਦੇਸ਼ ਸੱਚ ਨੂੰ ਪਿਆਰ ਕਰਨਾ, ਗੁਰੂ ਦੀ ਸ਼ਰਨ ਅਤੇ ਸਿੱਖਿਆ ਵਿੱਚ ਵਿਸ਼ਵਾਸ ਰੱਖਣਾ, ਸਾਰੇ ਜੀਆਂ ਵਿੱਚ ਪ੍ਰਭੂ ਦੀ ਜੋਤ ਦੇ ਦਰਸ਼ਨ ਕਰਨੇ, ਸਬਰ ਸੰਤੋਖ ਕਠਨ ਘਾਲਣਾ, ਰਜ਼ਾ ਦੇ ਭਾਣੇ ਨੂੰ ਮੰਨਣਾ ਅਤੇ ਚੰਚਲ ਮਨ ਨੂੰ ਸਾਧਣਾ, ਸੰਸਾਰ ਨੂੰ ਨਾਸ਼ਮਨ ਸਮਝਣਾ ਅਤੇ ਮੌਤ ਦੇ ਡਰ ਨੂੰ ਮਨ ਵਿੱਚ ਰੱਖ ਕੇ ਧਰਮ ਦੇ ਰਾਹ ਉੱਤੇ ਤੁਰਨਾ ਹੈ। ਫਰੀਦ ਜੀ ਅਨੁਸਾਰ ਰੱਬ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ, ਜੰਗਲਾਂ ਵਿੱਚ ਨਹੀਂ। ਇਸ ਲਈ ਉਹ ਕੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਅਤੇ ਗੁਰੂ ਨਾਨਕ ਕਾਲ ਸੂਫੀ ਕਾਵਿਧਾਰਾ ਦੀ ਵਿਕਾਸ ਦਾ ਸਮਾਂ ਹੈ। ਹੁਣ ਗੁਰੂ ਨਾਨਕ ਕਾਲ ਦੇ ਵਿੱਚ ਇਹ ਸੂਫੀ ਕਾਵਿਧਾਰਾ ਜਿਹੜੀ ਹੈ ਹੋਰ ਵੱਧ ਤੋਂ ਵੱਧ ਇਹਦਾ ਵਿਕਾਸ ਹੋਇਆ ਹੈਗਾ। ਇਸ ਕਾਲ ਦੇ ਸੂਫੀ ਕਾਵਿ ਉੱਤੇ ਗੁਰਮਤ ਆਸ਼ੇ ਸ਼ੈਲੀ ਅਤੇ ਸ਼ਬਦਾਵਲੀ ਦਾ ਵੀ ਡੂੰਘਾ ਪ੍ਰਭਾਵ ਪਿਆ। ਸ਼ਾਹ ਹੁਸੈਨ ਜਿਸ ਦਾ ਜਿਹੜਾ ਕਾਲ ਸੀਗਾ 1539 ਤੋਂ 1593 ਈਸਵੀ ਦੇ ਵਿੱਚ, ਸੁਲਤਾਨ ਬਾਹੂ 1631 ਤੋਂ 1691 ਈਸਵੀ ਦੇ ਵਿੱਚ, ਅਤੇ ਸ਼ਾਹ ਸ਼ਰਫ 1624 ਤੋਂ 1724 ਤੱਕ, ਅਤੇ ਅਲੀ ਹੈਦਰ 1690 ਤੋਂ 1785 ਤੱਕ ਇਸ ਕਾਲ ਦੇ ਪ੍ਰਸਿੱਧ ਕਵੀ ਹੋਏ ਨੇ। ਹੁਣ ਆਹ 5 ਕਵੀ ਨੇ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ, ਅਲੀ ਹੈਦਰ। ਠੀਕ ਹੈ। ਇਹ ਯਾਦ ਰੱਖਣੇ ਨੇ। ਤਾਂ 4 ਨੇ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਅਤੇ ਅਲੀ ਹੈਦਰ। ਠੀਕ ਹੈ। ਇਸ ਕਾਲ ਦੇ ਪ੍ਰਸਿੱਧ ਕਵੀ ਨੇ ਗੁਰੂ ਕਾਲ ਦੇ। ਠੀਕ ਹੈ। ਸ਼ਾਹ ਹੁਸੈਨ ਨੇ ਲਗਭਗ 162 ਕਾਫੀਆਂ ਰਚੀਆਂ। ਇਹਨਾਂ ਦੀ ਸ਼ੈਲੀ ਠੇਠ ਪੰਜਾਬੀ ਹੈ। ਉਸਨੇ ਰੂਪਕ, ਉਪਮਾ ਆਦਿ ਸਾਰੇ ਅਲੰਕਾਰ ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਲਏ ਸੀਗੇ। ਉਸ ਦੀ ਰਚਨਾ ਰਾਗਾਂ ਅਤੇ ਰਾਗਣੀਆਂ ਵਿੱਚ ਲਿਖੀਆਂ ਕਾਫੀਆਂ ਵਿੱਚ ਹੈਗੀ ਆ। ਉਸ ਦਾ ਇਸ਼ਕ ਪਵਿੱਤਰ ਅਤੇ ਸੱਚਾ ਹੈ। ਉਹ ਲਿਖਦਾ ਹੈ, ਨੀ ਸਈਓ ਅਸੀਂ ਨੈਣਾ ਦੇ ਆਖੇ ਲੱਗੇ, ਜਿਨ੍ਹਾਂ ਪਾਕ ਨਿਗਾਹਾਂ ਹੋਈਆਂ, ਸੋ ਕਹੀ ਨਾ ਜਾਂਦੇ ਠੱਗੇ। ਅਤੇ ਇਸ ਤਰ੍ਹਾਂ ਉਹਨਾਂ ਨੇ ਸਾਦੇ ਜਿਹੜੇ ਅਲੰਕਾਰ, ਸਾਦੇ ਮੁਹਾਵਰਿਆਂ ਦੀ ਵਰਤੋਂ ਕੀਤੀ। ਅਤੇ ਸ਼ਾਹ ਹੁਸੈਨ ਜੀ ਦੀ ਰਚਨਾ ਦੇ ਨਾਲ ਪੰਜਾਬੀ ਵਿੱਚ ਸੂਫੀ ਕਾਵਿਧਾਰਾ ਵਿੱਚ ਮਸਤੀ, ਸ਼ੌਕ, ਚਾਅ, ਇਸ਼ਕ, ਬੇਪਰਵਾਹੀ ਅਤੇ ਬੇਨਿਆਜ਼ੀ ਵਰਗੇ ਭਾਵ ਉਜਾਗਰ ਹੋਣ ਲੱਗੇ ਅਤੇ ਸੂਫੀ ਵਿਚਾਰਧਾਰਾ ਤਪ ਸਾਧਨਾ ਦੀ ਥਾਂ 'ਤੇ ਪ੍ਰਭੂ ਪ੍ਰੀਤੀ ਦੇ ਰੰਗ ਵਿੱਚ ਰੰਗੀ ਗਈ। ਇਸੇ ਵਿਚਾਰਧਾਰਾ ਦਾ ਦੂਜਾ ਮਹਾਨ ਕਵੀ ਸੁਲਤਾਨ ਬਾਹੂ ਹੈ। ਉਸਨੇ ਬੈਂਤਾਂ ਅਤੇ ਸ਼ੀਹਰਫੀਆਂ ਰਾਹੀਂ ਸੂਫੀ ਵਿਚਾਰਾਂ ਨੂੰ ਪ੍ਰਗਟ ਕੀਤਾ ਹੈਗਾ। ਉਸ ਦੀ ਹਰ ਤੁਕ ਦੇ ਅੰਤ ਵਿੱਚ ਹੂ ਸ਼ਬਦ ਆਉਂਦਾ ਹੈ। ਆਪਾਂ ਇਹਦੀ ਉਦਾਹਰਨ ਦੇਖ ਸਕਦੇ ਹਾਂ, ਅਸਫ ਅੱਲਾ ਚੰਬੇ ਦੀ ਬੂਟੀ, ਦਿਲ ਮੇਰੇ ਵਿੱਚ ਲਾਈ ਹੂ, ਨਫੀ ਇਸਪਾਤ ਦਾ ਪਾਣੀ ਮਿਲਿਆ, ਹਰ ਹਾਲੇ ਹਰ ਜਾਈ ਹੂ। ਉਸ ਵੇਲੇ ਪੈਦਾ ਹੋਇਆ ਜਦੋਂ ਸ਼ਾਹ ਹੁਸੈਨ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਇਆ। ਸ਼ਾਹ ਸ਼ਰਫ ਬਟਾਲਵੀ
1624 ਤੋਂ 1724 ਨੇ ਪੰਜਾਬੀ ਵਿੱਚ ਦੋੜੇ, ਸੂਤਰਨਾਮਾ ਤੇ ਕਾਫੀਆਂ ਲਿਖੀਆਂ। ਉਸ ਦੀਆਂ ਕਾਫੀਆਂ ਵੈਰਾਗ ਭਰਪੂਰ ਹਨ। ਉਸ ਦੀ ਕਵਿਤਾ ਸੋਜ਼ ਅਤੇ ਦਰਦ ਨਾਲ ਭਰਪੂਰ ਹੈਗਾ। ਸ਼ੌ ਬਿਨਾ ਸੁੱਖ ਕਦ ਪਾਵਈ, ਜਿਉਂ ਜਲ ਬੀਨ ਮੀਨ ਤੜਫਾਵਦੀ, ਜਿਉਂ ਵਿਛੜੀ ਕੂੰਜ ਕੁਰਲਾਮਦੀ। ਮੀਨ ਹੁੰਦੀ ਹੈ ਮੱਛੀ ਵੀ, ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੈ, ਇਸ ਕਰਕੇ ਪਰਮਾਤਮਾ ਬਿਨਾਂ ਕਿਸੇ ਨੂੰ ਸੁੱਖ ਨਹੀਂ ਮਿਲਦਾ ਹੈਗਾ। ਅਤੇ ਜਿਵੇਂ ਕੂੰਜ ਹੈ ਉਹ ਡਾਰ ਦੇ ਵਿੱਚੋਂ ਵਿਛੜ ਜਾਂਦੀ ਹੈ, ਉਹ ਵੀ ਕੁਰਲਾਉਂਦੀ ਹੈ। ਇਸ ਕਰਕੇ ਇਹ ਪ੍ਰਭੂ ਪਤੀ ਤੋਂ ਵਿਛੜ ਕੇ ਮਨੁੱਖ ਸੁੱਖ ਨਹੀਂ ਪਾਉਂਦਾ ਹੈਗਾ। ਇਸ ਕਾਲ ਵਿੱਚ ਸੂਫੀ ਵਿਚਾਰਾਂ ਦਾ ਪ੍ਰਭਾਵ ਗੈਰ ਮੁਸਲਮਾਨ ਭਗਤ ਕਵੀਆਂ 'ਤੇ ਵੀ ਪਿਆ ਅਤੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਸੂਫੀ ਭਾਵਾਂ ਦਾ ਪ੍ਰਚਾਰ ਕੀਤਾ ਹੈਗਾ। ਕੋਕਨ ਬਿਹਾਰੀ ਨਨੂਆ, ਆਡਾ, ਫੱਤੂ ਮੱਲ, ਲਾਲ ਦਾਸ ਜਿਹੇ ਕੁਝ ਅਜਿਹੇ ਕਵੀ ਹੋਏ ਨੇ। ਮਤਲਬ ਹੁਣ ਆਪਾਂ ਨੇ ਇਸ ਕਾਵਿਧਾਰਾ ਦਾ ਜਦੋਂ ਵਿਕਾਸ ਅਤੇ ਨਿਕਾਸ ਦੀ ਗੱਲ ਕਰਨੀ ਹੈਗੀ ਆ ਤਾਂ ਕਵੀਆਂ ਦੀ ਗੱਲ ਕਰਨੀ ਹੈਗੀ ਆ, ਸਾਰੇ ਹੀ ਜਿਨ੍ਹਾਂ ਨੇ ਸੂਫੀ ਕਾਵਿ ਲਿਖਿਆ ਹੈਗਾ। ਠੀਕ ਹੈ, ਕਈ ਵਿਦਵਾਨ ਵਜੀਦ ਨੂੰ ਵੀ ਇਸੇ ਕਾਲ ਦਾ ਹੀ ਕਵੀ ਮੰਨਦੇ ਹੈਗੇ ਨੇ। ਪਿਛਲਾ ਮੁਗਲ ਕਾਲ 18ਵੀਂ ਸਦੀ ਦੇ ਵਿੱਚ ਸੂਫੀ ਭਾਵਾਂ ਦੀ ਪ੍ਰਗਟਾਓ ਕਲਾ ਭਾਵ ਕਾਫੀ ਦੀ ਚੜ੍ਹਤ ਦਾ ਕਾਲ ਹੈ। ਇਸ ਕਾਲ ਦੇ ਸੂਫੀ ਕਵੀਆਂ ਵਿੱਚੋਂ ਲਾਜਵੰਤੀ ਰਾਮ ਕ੍ਰਿਸ਼ਨ ਨੇ ਸੈਯਦ ਅਲੀ ਹੈਦਰ ਨੂੰ ਅਤੇ ਡਾਕਟਰ ਗੋਪਾਲ ਸਿੰਘ ਅਤੇ ਡਾਕਟਰ SS ਕੋਹਲੀ ਨੇ ਬੁੱਲੇ ਸ਼ਾਹ ਨੂੰ ਮੋਹਰੀ ਸੂਫੀ ਕਵੀ ਮੰਨਿਆ ਹੈ। ਮਤਲਬ ਬੁੱਲੇ ਸ਼ਾਹ ਜੀ ਜਿਹੜਾ ਹੈ ਇਹ ਵੀ ਸੂਫੀ ਕਾਵਿਧਾਰਾ ਦੇ ਬਹੁਤ ਹੀ ਮਹੱਤਵਪੂਰਨ ਕਵੀ ਹੋਏ ਹੈਗੇ ਨੇ। ਸੈਯਦ ਅਲੀ ਹੈਦਰ ਦੀਆਂ 6 ਸੀਹਰਫੀਆਂ ਸੂਫੀ ਕਾਵਿਧਾਰਾ ਦੀਆਂ ਉੱਤਮ ਕਿਰਤਾਂ ਨੇ। ਅਲੀ ਹੈਦਰ ਨੇ ਸੀਹਰਫੀਆਂ ਅਤੇ ਕਿੱਸਾ ਹੀਰ ਰਾਂਝਾ ਵਿੱਚ ਕੁਰਾਨ ਦੀਆਂ ਆਇਤਾਂ ਦੀਆਂ ਟੂਕਾਂ ਦੀ ਖੁੱਲ੍ਹੀ ਵਰਤੋਂ ਕੀਤੀ ਹੈ। ਉਸ ਦੇ ਵਿਚਾਰਾਂ ਦਾ ਮੂਲ ਆਧਾਰ ਇਸਲਾਮੀ ਵਿਚਾਰਧਾਰਾ ਹੈ। ਅਲੀ ਹੈਦਰ ਦੀ ਰਚਨਾ ਵਿੱਚ ਰੰਗੀਨੀ, ਬਿਰਹਾ ਦੀ ਹੂਕ, ਤੜਪ, ਬਲਬਲਾ ਅਤੇ ਵੇਗ ਪ੍ਰਧਾਨ ਨੇ। ਉਸ ਦੇ ਰੰਗ ਵਿੱਚ ਹੀ ਪਿੱਛੋਂ ਬੁੱਲੇ ਸ਼ਾਹ ਰੰਗਿਆ ਗਿਆ। ਅਲੀ ਹੈਦਰ ਜਿਹੜਾ ਹੈ ਪਹਿਲਾ ਸੂਫੀ ਕਵੀ ਹੈ ਜਿਸ ਦੀ ਸੂਫੀ ਵਿਚਾਰਧਾਰਾ ਦੇਸ਼ ਪਿਆਰ ਦੇ ਭਾਵਾਂ ਦੇ ਨਾਲ ਭਰਪੂਰ ਹੈਗੀ ਹੈ। ਹੁਣ ਇਹ ਵੀ ਇੱਕ ਮਹੱਤਵਪੂਰਨ ਪ੍ਰਸ਼ਨ ਹੈ ਵੀ ਕਿਹੜਾ ਸੂਫੀ ਕਵੀ ਹੈ ਜਿਸ ਦੀ ਵਿੱਚ ਸੂਫੀ ਵਿਚਾਰਧਾਰਾ ਦੇ ਵਿੱਚ ਦੇਸ਼ ਪਿਆਰ ਦੇ ਭਾਵ ਪ੍ਰਗਟ ਹੁੰਦੇ ਨੇ। ਠੀਕ ਹੈ, ਤਾਂ ਕੌਣ ਹੈ? ਅਲੀ ਹੈਦਰ। ਤਾਂ ਕੀ ਲਿਖਦਾ ਹੈ? ਜੇ ਜ਼ਹਿਰ ਨਹੀਂ ਜੇ ਖਾਏ ਮਰਨ, ਕੁਝ ਸ਼ਰਮ ਨਾ ਹਿੰਦੁਸਤਾਨੀਆਂ ਨੂੰ, ਕੀ ਹੋਇਆ ਇਹਨਾਂ ਰਾਜਿਆਂ ਨੂੰ, ਕੁਝ ਲੱਜ ਨਹੀਂ ਤੁਰਾਨੀਆਂ ਨੂੰ। ਅਲੀ ਹੈਦਰ ਨੇ ਸੂਫੀ ਭਾਵਾਂ ਨੂੰ ਪ੍ਰੀਤ ਕਿੱਸਿਆਂ ਦੁਆਰਾ ਪ੍ਰਗਟ ਕਰਨ ਦਾ ਵੀ ਸਫਲ ਪ੍ਰਯੋਗ ਕੀਤਾ। ਹੀਰ ਰਾਂਝੇ ਦੀ ਪ੍ਰੀਤ ਵਿੱਚ ਉਹ ਮੁਰੀਦ ਤੇ ਮੁਰਸ਼ਦ ਦੀ ਸੱਚੀ ਪ੍ਰੀਤ ਦੀ ਝਲਕ ਵੇਖਦਾ ਹੈ। ਅਲੀ ਹੈਦਰ ਪਹਿਲਾ ਸੂਫੀ ਕਵੀ ਹੈ ਜਿਸ ਨੇ ਸ਼ਬਦਾਂ ਦੀ ਰਾਗਮਈ ਤੇ ਕਲਾਮਈ ਵਰਤੋਂ ਕੀਤੀ ਹੈਗੀ ਆ। ਕਾਫ ਕੜੀਆਂ ਦੀ ਕੜਕੜ ਕਹੀ ਨਹੀਂ ਸਹੀਓ, ਇਹ ਕੜੀਆਂ ਕਲੇਜੇ ਵਿੱਚ ਅੜੀਆਂ ਕੜੀਆਂ। ਤਾਂ ਅੱਗੇ ਹੈ, ਪਰੰਤੂ ਇਸ ਕਾਲ ਵਿੱਚ ਸੂਫੀ ਵਿਚਾਰਧਾਰਾ ਨੂੰ ਸਿਖਰ 'ਤੇ ਪਹੁੰਚਾਉਣ ਵਾਲਾ ਬੁੱਲੇ ਸ਼ਾਹ ਮੰਨਿਆ ਜਾਂਦਾ। ਹੁਣ ਬੁੱਲੇ ਸ਼ਾਹ ਵੀ ਇੱਕ ਮਹੱਤਵਪੂਰਨ ਸੂਫੀ ਕਵੀ ਹੈ, ਜਿਵੇਂ ਸ਼ੇਖ ਫਰੀਦ ਜੀ ਹੈਗੇ ਨੇ ਜਾਂ ਸ਼ਾਹ ਹੁਸੈਨ ਜੀ ਹੈਗੇ ਨੇ, ਹੈ ਨਾ। ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਜੀ ਦਾ ਵਰਣਨ ਆਪਾਂ ਨੇ ਬਹੁਤ ਹੀ ਜਿਹੜਾ ਹੈਗਾ ਵਿਸਥਾਰ ਸਹਿਤ ਕਰਨਾ ਹੈਗਾ ਬੇਟੇ। ਬੁੱਲੇ ਸ਼ਾਹ ਇਹਨਾਂ ਦਾ ਫਿਰ ਜੋ ਕਾਲ ਹੈ ਉਹ 1680 ਤੋਂ 1758। ਤਾਂ ਇਹਦਾ ਮਤਲਬ ਕੀ ਹੁੰਦਾ ਵੀ 1680 ਵਿੱਚ ਉਹਨਾਂ ਦਾ ਜਨਮ ਹੋਇਆ ਅਤੇ 1758 ਵਿੱਚ ਉਹ ਸਵਰਗ ਸਿਧਾਰੇ। ਠੀਕ ਹੈ, ਬੁੱਲੇ ਸ਼ਾਹ ਨਾਲ ਸੂਫੀ ਕਵਿਤਾ ਆਪਣੇ ਪੂਰੇ ਜੋਬਨ 'ਤੇ ਪਹੁੰਚਦੀ ਹੈ। ਬੁੱਲੇ ਦਾ ਆਪਣੇ ਮੁਰਸ਼ਦ ਸ਼ਾਹ ਇਨਾਇਤ ਦੇ ਨਾਲ ਅਥਾਹ ਪ੍ਰੇਮ ਸੀ ਅਤੇ ਉਸ ਦੇ ਵਿਛੋੜੇ ਅਤੇ ਫਿਰ ਪੁਨਰ ਮਿਲਾਪ ਨਾਲ ਬੁੱਲੇ ਦੀ ਕਵਿਤਾ ਵਿੱਚ ਸੋਜ਼, ਤੜਪ, ਬਿਰਹਾ ਅਤੇ ਵਿਰਾਗ ਦੇ ਭਾਵ ਪੈਦਾ ਹੋ ਗਏ ਅਤੇ ਉਸ ਅੰਦਰ ਸੁੱਤੀ ਸ਼ਰੂਦੀ ਅਤੇ ਸੂਫੀਆਨਾ ਕਵਿਤਾ ਜਾਗ ਉੱਠੀ। ਬੁੱਲੇ ਸ਼ਾਹ ਵੀ ਸ਼ਾਹ ਹੁਸੈਨ ਵਾਂਗ ਖੁੱਲ੍ਹਾ ਲੈਣ ਲੱਗਿਆ। ਬੁੱਲੇ ਦੀ ਵਿਚਾਰਧਾਰਾ ਸੂਫੀ ਮਾਰਗ ਵੱਲ ਵੱਧਦਾ ਹੜ ਹੈ ਜੋ ਲੋਕ ਲਾਜ ਅਤੇ ਸ਼ਰ੍ਹਾ ਦੀ ਬੰਦਸ਼ ਅਤੇ ਬਾਹਰਮੁਖੀ ਰੋਹ ਰੀਤਾਂ ਦੀਆਂ ਧੱਜੀਆਂ ਉਡਾਉਂਦਾ ਹੈ। ਬੁੱਲੇ ਸ਼ਾਹ ਦੀ ਸੂਫੀ ਵਿਚਾਰਧਾਰਾ ਅੰਤਰਮੁਖੀ ਹੈ। ਉਹ 100 ਪਿਆਰੇ ਦੇ ਦਰਸ਼ਨ ਆਪਣੇ ਹਿਰਦੇ ਵਿੱਚੋਂ ਹੀ ਕਰਦਾ ਹੈਗਾ। ਤਾਂ ਕੀ ਕਹਿੰਦਾ ਹੈ? ਭੱਠ ਨਵਾਜ਼ਾਂ ਚਿੱਕੜ ਰੋਜੇ, ਕਲਮੇ ਤੇ ਫਿਰ ਗਈ ਸਿਆਹੀ, ਬੁੱਲੇ ਸ਼ਾਹ ਸ਼ੋ ਅੰਦਰ ਮਿਲਿਆ, ਭੁੱਲੀ ਫਿਰੇ ਲਕਾਈ। ਤਾਂ ਹੁਣ ਕੀ ਕਹਿੰਦਾ ਹੈਗਾ ਵੀ ਆ ਸਾਰੇ ਨਮਾਜ਼ ਪੜ੍ਹਨਾ ਹੈ, ਰੋਜ਼ੇ ਰੱਖਣਾ, ਕਲਮਾ ਪੜ੍ਹਨਾ, ਇਹ ਸਾਰੇ ਜਿਹੜੇ ਹੈਗੇ ਨੇ ਮੇਰੇ ਮਨ 'ਚੋਂ ਵਿਸਰ ਗਏ ਨੇ ਕਿਉਂਕਿ ਮੈਨੂੰ ਪਰਮਾਤਮਾ ਮੇਰੇ ਅੰਦਰੋਂ ਹੀ ਮਿਲ ਗਿਆ ਹੈ ਅਤੇ ਸਾਰੇ ਲੋਕ ਇਸ ਗੱਲ ਨੂੰ ਭੁੱਲੀ ਬੈਠੇ ਨੇ। ਲੁਕਾਈ ਦਾ ਅਰਥ ਹੁੰਦਾ ਹੈ ਲੋਕ। ਬੁੱਲੇ ਨਾਲ ਪੰਜਾਬੀ ਸੂਫੀ ਕਵਿਤਾ ਰੋਮਾਂਟਿਕ ਰੂਪ ਧਾਰਨ ਕਰਦੀ ਹੈ ਅਤੇ ਉਸਦੇ ਅਜਿਹੇ ਭਾਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਕਵੀ ਨੇ ਪੇਸ਼ ਕੀਤਾ ਹੈ। ਜਿਵੇਂ ਉਹ ਕਹਿੰਦਾ ਹੈ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਤਾਂ ਬੁੱਲੇ ਨੇ ਜਿਹੜਾ ਹੈਗਾ ਰੱਬ ਦੀ ਏਕਤਾ ਦੇ ਸੂਫੀ ਸਿਧਾਂਤ ਨੂੰ ਖੋਲ੍ਹ ਕੇ ਬਿਆਨ ਕੀਤਾ ਅਤੇ ਉਹ ਹਰ ਜੀਵ ਦੇ ਵਿੱਚ ਰੱਬ ਨੂੰ ਸਾਖਿਅਤ ਵੇਖਦਾ ਹੈ। ਅਤੇ ਕੀ ਕਹਿੰਦਾ ਹੈ? ਸਈਓ ਹੁਣ ਸੱਜਣ ਮਾਏ ਪਾਇਓਈ, ਹਰ ਹਰ ਦੇ ਵਿੱਚ ਸਮਾਇਓ ਨੀ। ਉਹ
ਕਹਿੰਦਾ ਵੀ ਮੈਂ ਪ੍ਰਮਾਤਮਾ ਹਰੇਕ ਜੀਵ ਦੇ ਵਿੱਚ ਦੇਖਿਆ ਹੈਗਾ ਤੇ ਉਸ ਨੂੰ ਉਸਨੇ ਅਨੁਭਵ ਕੀਤਾ ਹੈ। ਸੂਫੀ ਕਾਵਿਧਾਰਾ ਦੇ ਹੋਰ ਕਵੀ ਨੇ ਖਵਾਜਾ ਫਰਦ ਫਕੀਰ 1720 ਤੋਂ 1719 ਤੱਕ 1790 ਤੱਕ, ਸੈਯਦ ਗੁਲਾਮ ਕਾਦਰ ਸ਼ਾਹ ਜਿਹੜਾ ਹੈ 1763, ਗੁਲਾਮ ਜਿਲਾਨੀ ਰੋਹਤਕੀ 1749 ਤੋਂ 1819, ਅਤਾ ਮੁਹੰਮਦ 1786 'ਚ ਉਹਨਾਂ ਦੀ ਮੌਤ ਹੋਈ ਹੈ, ਮੀਆਂ ਇਮਰਾਨ ਖੁਸ਼ਦਿਲ ਉਹਨਾਂ ਦੀ ਮੌਤ ਹੋਈ ਹੈ 1787 'ਚ, ਅਤੇ ਸਚਲ 1736 ਤੋਂ 1826 ਹਨ। ਫਰਦ ਫਰੀਦ ਦੀ ਰਚਨਾ ਰੋਸ਼ਨ ਦਿਲ ਪ੍ਰਸਿੱਧ ਇਸਲਾਮੀ ਪੁਸਤਕ ਮੰਨੀ ਜਾਂਦੀ ਹੈ, ਮਤਲਬ ਉਹਨਾਂ ਦੀ ਕਵੀ ਪੁਸਤਕ ਹੈਗੀ ਹੈ। ਠੀਕ ਹੈ। 19ਵੀਂ ਸਦੀ ਦੇ ਵਿੱਚ 1801 ਤੋਂ ਲੈ ਕੇ 1900 ਤੱਕ ਸੂਫੀ ਕਾਵਿਧਾਰਾ ਹਾਸ਼ਮ 1735 ਤੋਂ 1843 ਦੇ ਤੱਕ, ਅਤੇ ਖਵਾਜਾ ਗੁਲਾਮ ਫਰੀਦ ਜਿਨ੍ਹਾਂ ਦਾ ਜਿਹੜਾ ਕਾਲ ਸੀ 1841 ਤੋਂ 1901 ਤੱਕ ਦੀ ਰਚਨਾ ਦੇ ਨਾਲ ਅੰਤਲੇ ਪੜਾਅ 'ਤੇ ਪਹੁੰਚਦੀ ਹੈ। ਇਹਨਾਂ ਦੇ ਨਾਲ ਹੀ ਗੁਲਾਮ ਜਿਹੜਾ ਹੈ ਮੁਤਸਫਾ ਮਖਸੂਸ, ਗੁਲਾਮ ਹੁਸੈਨ ਕੈਲਿਆਂ ਵਾਲਾ, ਮੁਹੰਮਦ ਦੀਨ ਚਿਸ਼ਤੀ, ਮੁਹੰਮਦ ਅਸ਼ਰਫ, ਮੁਹੰਮਦ ਹਦਾਇਤੁੱਲਾ, ਮੁਸਤਨ, ਮੁਹੰਮਦ ਬਖਸ਼ ਨਵਾਰੇਜ਼ ਅਤੇ ਮੀਆਂ ਬਖਸ਼ ਕੁਝ ਹੋਰ ਸੂਫੀ ਕਵਿਤਾ ਲਿਖਣ ਵਾਲੇ ਕਵੀ ਵੀ ਸਨ। ਹਾਸ਼ਮ ਦੇ ਦੋੜੇ ਸੂਫੀ ਭਾਵਾਂ ਨੂੰ ਪ੍ਰਗਟ ਕਰਦੇ ਨੇ। ਉਹ ਲਿਖਦਾ ਹੈ, ਨਦੀਆਂ ਨੀਰ ਬਹਿਣ ਨਿਤ ਤਾਰੂ, ਉਹ ਕਦੇ ਨਾ ਥੀਵਨ ਹਲਕੇ, ਜੋ ਜਲ ਵਾਗਿਆ ਇਸ ਰਾਹੋਂ, ਉਹ ਫੇਰ ਨਾ ਆਏ ਆਉਣਾ ਭਲਕੇ, ਇਹ ਜਹਾਨ ਬਸੇਗਾ ਇਵੇਂ, ਪਰ ਅਸਾਂ ਨਹੀਂ ਬਹਿਣਾ ਰਲ ਕੇ, ਹਾਸ਼ਮ ਕੌਣ ਲਕਾਮਾ ਮੋੜੇ, ਖਾਕ ਮਿੱਟੀ ਵਿੱਚ ਰਲ ਕੇ। ਹਾਸ਼ਮ ਦੀ ਵਿਚਾਰਧਾਰਾ ਦੇ ਵਿੱਚ ਸੋਜ਼, ਸੁੱਚਾ ਇਸ਼ਕ, ਬਿਰਹਾ, ਨੂਰੀ ਹੁਸਨ, ਜਲ ਮਰਨ ਦੀ ਇੱਛਾ ਉਸ ਨੂੰ ਪੰਜਾਬੀ ਸੂਫੀ ਕਵੀਆਂ ਵਿੱਚ ਪ੍ਰਮੁੱਖ ਸਥਾਨ ਪ੍ਰਦਾਨ ਕਰਦੀ ਹੈ। ਪਰੰਤੂ 19ਵੀਂ ਸਦੀ ਦਾ ਸੂਫੀ ਕਾਵਿਧਾਰਾ ਦਾ ਸ਼੍ਰੋਮਣੀ ਅਤੇ ਅੰਤਮ ਕਵੀ ਖਵਾਜਾ ਗੁਲਾਮ ਫਰੀਦ ਹੈ। ਇਹ ਸੂਫੀ ਸੰਤ ਵੀ ਸਨ ਅਤੇ ਮੁਲਤਾਨੀ ਕਾਫੀ ਦਾ ਪ੍ਰਮੁੱਖ ਕਵੀ ਵੀ ਸੀਗਾ। ਉਸ ਦੀ ਰਚਨਾ ਦੇ ਨਾਲ ਕਾਫੀ ਆਪਣੇ ਅੰਤਮ ਪੜਾਅ 'ਤੇ ਪੁੱਜਦੀ ਹੈ। ਉਸ ਦੇ ਦੀਵਾਨ ਵਿੱਚ 272 ਕਾਫੀਆਂ ਹਨ, ਜਿਨ੍ਹਾਂ ਵਿੱਚ ਉਸਨੇ ਛੋਟੇ ਵੱਡੇ ਸਾਰੇ ਬਹਿਰ ਸਫਲਤਾ ਸਹਿਤ ਵਰਤੇ ਨੇ। ਉਸਨੇ ਹਮਾਉਸਤ ਦੇ ਸਿਧਾਂਤ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਦੁਆਰਾ ਪ੍ਰਗਟਾਇਆ ਹੈ। ਕਿੱਥ ਬੁਲਬੁਲ ਕਿੱਥ ਗੁਲ ਦੀ ਸੂਰਤ, ਬਰਗ ਕਿੱਥਾਂ ਕਿੱਥ ਖਾਰ, ਯਾਰ ਮਹੰਜੋ ਕਿੱਥ ਸੁਰਖੀ, ਕਿੱਥ ਨਾਜ਼ ਨਜ਼ਾਕਤ, ਕਿੱਥ ਕਜਲਾ ਕਿੱਥ ਯਾਰ ਮਹੰਜੋ, ਯਾਰ ਫਰੀਦ ਨਹੀਂ ਵਿੱਚ ਪਰਦੇ, ਖੁਦ ਪਰਦਾ ਹੈ ਯਾਰ ਮਹੰਜੋ। ਖਵਾਜਾ ਗੁਲਾਮ ਫਰੀਦ ਨੇ ਪੰਜਾਬੀ ਸੂਫੀ ਕਾਵਿ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਰਚਨਾ ਕੀਤੀ ਹੈਗੀ ਆ। ਉਸਨੇ ਆਪਣੀਆਂ ਕਾਫੀਆਂ ਵਿੱਚ ਸਭ ਤੋਂ ਵੱਧ ਰੰਗ ਭਰੇ ਨੇ, ਸਭ ਤੋਂ ਵੱਧ ਬਹਿਰ ਵਰਤੇ ਅਤੇ ਬੇਅੰਤ ਅਲੰਕਾਰਾਂ, ਬਿੰਬਾਂ, ਪ੍ਰਤੀਕਾਂ, ਚਿੰਨ੍ਹਾਂ ਅਤੇ ਰੂਪਕਾਂ ਦੀ ਵਰਤੋਂ ਕੀਤੀ ਹੈਗੀ ਆ। ਬਾਬਾ ਫਰੀਦ ਪੰਜਾਬੀ ਦੇ ਪ੍ਰਥਮ ਸੂਫੀ ਕਵੀ ਅਤੇ ਗੁਲਾਮ ਫਰੀਦ ਅੰਤਮ, ਇਹਨਾਂ ਦੋਹਾਂ ਮਹਾਨ ਕਵੀਆਂ ਨੇ ਪੰਜਾਬੀ ਸੂਫੀ ਵਿਚਾਰਧਾਰਾ ਨੂੰ ਨਾ ਕੇਵਲ ਲੋਕਪ੍ਰਿਯ ਅਤੇ ਅਮਰ ਹੀ ਕੀਤਾ, ਸਗੋਂ ਇਹਨਾਂ ਨੂੰ ਫਾਰਸੀ ਸੂਫੀ ਵਿਚਾਰਧਾਰਾ ਦੇ ਪੱਧਰ 'ਤੇ ਲਿਆ ਕੇ ਖੜੀ ਕਰ ਦਿੱਤਾ। ਇਹਨਾਂ ਦੋਹਾਂ ਸੂਫੀ ਕਵੀਆਂ ਦੀ ਦੇਣ ਇਹਨਾਂ ਦੇ ਵਿਅਕਤੀਤਵ ਵਾਂਗ ਹੀ ਬੜੀ ਹੀ ਮਹਾਨ ਹੈਗੀ ਆ। 18ਵੀਂ ਅਤੇ 19ਵੀਂ ਸਦੀ ਦੇ ਵਿੱਚ ਉਪਰੋਕਤ ਸੂਫੀ ਕਵੀਆਂ ਤੋਂ ਬਿਨਾਂ ਕੁਝ ਫੁਟਕਲ ਸ਼ਬਦ ਕਵੀਆਂ ਦੀ ਥੋੜ੍ਹੀ ਰਚਨਾ ਵੀ ਮਿਲਦੀ ਹੈਗੀ ਆ। ਸਮੁੱਚੇ ਤੌਰ 'ਤੇ 18ਵੀਂ ਸਦੀ ਵਿੱਚ ਸੂਫੀ ਕਾਵਿ ਦੇ ਸਿਖਰ ਦੀ ਸਦੀ ਸੀ, ਪਰੰਤੂ 19ਵੀਂ ਸਦੀ ਨੂੰ ਇਸ ਦੇ ਪਤਨ ਦੀ ਸਦੀ ਕਿਹਾ ਜਾ ਸਕਦਾ ਹੈ। ਹੁਣ ਆਪਾਂ ਜੇਕਰ ਇਸ ਨੂੰ ਦੇ ਨਿਚੋੜ ਦੀ ਗੱਲ ਕਰੀਏ ਤਾਂ ਗੱਲ ਕੀ ਹੈਗੀ ਹੈ ਵੀ ਆਰੰਭ ਕਿਹਦੇ ਨਾਲ ਹੁੰਦਾ ਹੈ ਵੀ 18ਵੀਂ ਸਦੀ ਦੇ ਵਿੱਚ 17ਵੀਂ ਬਾਬਾ ਫਰੀਦ ਜੀ ਸੂਫੀ ਕਾਵਿ ਦਾ ਪਹਿਲਾ ਕਵੀ ਹੈਗਾ। ਠੀਕ ਹੈ। ਇਹਦੇ ਬਾਰੇ ਆਪਾਂ ਮਤਲਬ ਵਿਸਥਾਰ ਸਹਿਤ ਲਿਖਣਾ ਹੈਗਾ ਅਤੇ ਆਪਾਂ ਅੱਗੇ ਵੀ ਸ਼ਾਹ ਹੁਸੈਨ ਜੀ ਬਾਰੇ ਵੀ ਲਿਖ ਸਕਦੇ ਹੈਗੇ ਹਾਂ। ਅਤੇ ਇਸ ਤੋਂ ਬਾਅਦ ਜਿਹੜਾ ਹੈ ਇੱਕ ਗੁਲਾਮ ਫਰੀਦ ਹੈ, ਇਸ ਦਾ ਅੰਤਮ ਕਵੀ ਹੈ ਸੂਫੀ ਕਾਵਿਧਾਰਾ ਦਾ। ਤਾਂ ਇਸ ਤਰ੍ਹਾਂ ਆਪਾਂ ਇਸ ਪ੍ਰਸ਼ਨ ਦਾ ਉੱਤਰ ਲਿਖ ਸਕਦੇ ਹੈਗੇ ਹਾਂ ਅਤੇ ਉਮੀਦ ਕਰਦੇ ਹੈਗੇ ਹਾਂ ਕਿ ਤੁਹਾਨੂੰ ਸੂਫੀ ਕਾਵਿਧਾਰਾ ਦੇ ਨਿਕਾਸ ਬਾਰੇ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਊਗੀ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਨਾ, ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਫਿਰ ਇਸ ਚੈਨਲ ਦੀ ਪਲੇਲਿਸਟ ਹਰ ਹਾਲਤ ਦੇ ਵਿੱਚ ਵਾਚਣਾ, ਕਿਉਂਕਿ ਇਸ ਚੈਨਲ ਦੇ ਉੱਤੇ ਇੱਕ ਨਾਲ ਵੱਧ ਕਲਾਸਿਸ ਦਾ ਕੰਮ ਪਾਇਆ ਹੋਇਆ ਹੈ। ਹੋ ਸਕਦਾ ਕੋਈ ਵੀਡੀਓ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈਗੀ ਹੈ ਅਤੇ ਜੇਕਰ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਈ ਤਾਂ ਫਿਰ ਅਜਿਹੀਆਂ ਹੀ ਲਾਭਦਾਇਕ ਵੀਡੀਓਜ਼ ਪ੍ਰਾਪਤ ਕਰਨ ਲਈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਫਿਰ ਮਿਲਦੇ ਹੈਗੇ ਅਗਲੀ ਵੀਡੀਓ।